अस्सलाम वालेकुम जी। वालेकुम सलाम। भाईजान की नाम है ਤੁਹਾਡਾ? मोहम्मद अनवर। ਮੁਹੰਮਦ ਅਨਵਰ ਸਾਹਿਬ, ਇਹ ਕਿਹੜੀ ਜਗ੍ਹਾ ਜੇ? ਇਹ ਭਗਵਾਨ। ਭਾਗੋਵਾਲ। ਤੇ ਸਰ ਕਿੰਨੀ ਦੇਰ ਤੋਂ ਤੁਸੀਂ ਜਾਨਵਰ ਸੰਭਾਲ ਰਹੇ ਹੋ? ਅਸੀਂ ਜਾਨਵਰ ਸੰਭਾਲਦੇ 20 ਸਾਲ ਤੋਂ। 20 ਸਾਲ ਤੋਂ ਮਾਸ਼ਾਅੱਲਾ। ਕਿੰਨੇ ਜਾਨਵਰ ਜੇ ਤੁਹਾਡੇ ਕੋਲ? ਜਾਨਵਰ ਨੇ 20 ਜਾਨਵਰ ਨੇ। ਹਾਂਜੀ। ਤੇ ਇਹਨਾਂ ਦੇ ਤੁਸੀਂ ਸਵੇਰ ਤੋਂ ਲਾ ਕੇ ਸ਼ਾਮ ਤੱਕ ਸਾਨੂੰ ਰੂਟੀਨ ਦੱਸਿਓ। ਸਵੇਰੇ ਕਿੰਨੇ ਵਜੇ ਖੋਲਦੇ ਹੋ, ਕੀ ਪਾਉਂਦੇ ਹੋ ਇਹਨਾਂ ਨੂੰ, ਕਿੰਨੇ ਵੀ ਪੱਠੇ ਪਾਉਂਦੇ ਹੋ, ਔਰ ਦੁਪਹਿਰੀ ਕਿੰਨੇ ਵਜੇ ਖੋਲਦੇ ਹੋ, ਸ਼ਾਮ ਨੂੰ ਕਿੰਨੇ ਵਜੇ ਇਹਨਾਂ ਨੂੰ ਬੰਨ੍ਹਦੇ ਹੋ ਤੇ ਦੁੱਧ ਕਿੰਨੇ ਵਜੇ ਚੋਂਦੇ ਹੋ? ਇਹਨਾਂ ਨੇ ਸਵੇਰ 5 ਵਜੇ ਚੋਈਏ ਨਾ ਜੀ। ਉਸ ਤੋਂ ਬਾਅਦ ਇਹਨਾਂ ਨੂੰ ਪਾਣੀ ਡਾਉਣ ਨਵਾਲੋ। ਅੱਛਾ ਠੀਕ ਹੈ। ਫਿਰ ਉਸ ਤੋਂ ਬਾਅਦ ਇਹਨਾਂ ਨੂੰ ਛਾਵੇਂ ਬੰਨੋ। ਠੀਕ ਹੈ। ਫਿਰ ਦੋ ਬੰਦੇ ਹੋਣ ਮੱਝਾਂ ਨੂੰ 20 ਪੱਠੇ ਪੇ ਪਾਉਂਦੇ ਨੇ। ਤੂੜੀ ਹੋਣੀ ਚਾਹੀਦੀ 500 ਮਣ। ਵੰਡਾ ਫੀ ਮੈਨੂੰ 3-3 ਕਿਲੋ ਚਾਹੀਦਾ ਟਾਈਮ ਦਾ। ਪੱਠੇ ਥੋੜ੍ਹੇ ਥੋੜ੍ਹੇ ਹੋਣੇ ਚਾਹੀਦੇ। ਇਹ ਨਹੀਂ ਕਿ ਬਹੁਤੇ ਰਾਤ ਜਾਣ ਗੋਇਆ ਪਈਆਂ ਕਹਿੰਦੇ ਗੋਇਆ ਹੀ ਬੰਦਾ ਪਿਆ ਹੁੰਜੇ। ਪੱਠੇ ਥੋੜੇ ਖਾਣ ਵੰਡਾ ਜ਼ਿਆਦਾ ਖਾਣ ਦੁੱਧ ਜ਼ਿਆਦਾ ਦੇਣ ਜੀ। ਠੀਕ ਹੈ, ਹਾਂਜੀ ਜ਼ਬਰਦਸਤ। ਸਰ ਤੁਸੀਂ ਮੱਝਾਂ ਵੀ ਰੱਖੀਆਂ ਨੇ, ਗਾਈਆਂ ਵੀ ਰੱਖੀਆਂ ਨੇ, ਜੀ। ਕਿਆ ਦੋਵਾਂ ਦੀ ਸੇਮ ਰੂਟੀਨ ਜਿਹੜੀ ਹੈ ਤੁਸੀਂ ਚੀਜ਼ਾਂ ਦੱਸੀਆਂ ਨੇ, ਦੋਵਾਂ ਵਾਸਤੇ ਸੇਮ ਹੀ ਹੈ ਜਾਂ ਮੁਖਤਲਿਫ ਹੈ? ਨਹੀਂ ਸੇਮ ਹੀ ਹੋਈ। ਸੇਮ ਹੈ। ਹਾਂਜੀ ਰੋਟੀਆਂ ਕੌੜੀ ਖਾ ਕਰਾ ਹੋਈਏ ਦਲੀਆ ਹੋਈਏ ਵੜੇ ਵਿੱਚ ਖਾ ਲਓ ਇਹ ਪਾਓ। ਆ ਫੀਲਡ ਫੁੱਲ ਜਿਹੜੀ ਇਹ ਕਾਮਯਾਬ ਨਹੀਂ ਹੋਈ ਵਾਸਤੇ। ਤੁਹਾਡੇ ਕੋਲ ਮੱਝਾਂ ਕਿੰਨੀਆਂ ਨੇ ਤੇ ਗਾਈਆਂ ਕਿੰਨੀਆਂ ਨੇ? ਮੱਝਾਂ ਤਾਂ ਸਾਡੇ ਕੋਲ 15 ਤੇ ਗਾਈਆਂ 3 3 ਜੀ। ਤੇ ਬਾਕੀ ਬੱਚੇ ਬੁੱਚੇ ਬੱਚੇ ਬੁੱਚੇ 6-7 ਮਿਲਾ ਕੇ 25 ਹੋ ਜਾਂਦੇ ਨੇ। ਹਾਂਜੀ। ਤੇ ਕਿੰਨੇ ਦੋ ਬੰਦੇ ਜਿਹੜੇ ਕੰਮ ਤੇ ਚਲਾਉਂਦੇ ਨੇ। 2 ਬੰਦੇ ਕੰਮ ਤੇ ਚਲਾਉਂਦੇ ਨੇ। ਬਿਲਕੁਲ। ਤੁਹਾਡੇ ਜਾਨਵਰਾਂ ਦੀ ਨਸਲ ਕਿਹੜੀ ਹੈ? ਸਾਡੇ ਜਾਨਵਰ ਦੀ ਨਸਲ ਬਾਰੀ। ਮੱਝਾਂ ਬਾਰੀ ਨਸਲ ਦੀਆਂ ਨੇ ਹਾਂਜੀ। ਤੇ ਗਾਈਆਂ ਗਾਈਆਂ ਵਲਾਤੀ ਵਲੈਤੀ ਨੇ? ਆਸਟ੍ਰੇਲੀਆ ਕ੍ਰਾਸ ਨੇ ਜਾਂ ਪਿਓਰ ਨੇ? ਪਿਓਰ ਵਲਾਤਾ ਪਿਓਰ ਵਲੈਤੀ ਨੇ। ਜੀ। ਮੱਝਾਂ ਦੀ ਦੁੱਧ ਦੀ ਸ਼ਰ੍ਹਾ ਕੀ ਹੈ ਜ਼ਿਆਦਾ ਤੋਂ ਜ਼ਿਆਦਾ ਤੇ ਗਾਈਆਂ ਦੀ? ਗਾਈ ਜਿਹੜੀ ਜ਼ਿਆਦਾ ਦਿੰਦੀ ਹੈ 20 ਲੀਟਰ। ਠੀਕ ਹੈ। ਮੱਝ ਦਿੰਦੀ 15-14 ਲੀਟਰ। ਜਿਵੇਂ ਤੁਹਾਡੇ ਕੋਲ ਨੇ। ਹਾਂਜੀ। ਤੇ ਜੀ ਇਹਨਾਂ ਜਾਨਵਰਾਂ 'ਚ ਤੁਹਾਡੇ ਦੁੱਧ ਦੇਣ ਵਾਲੇ ਕਿੰਨੇ ਨੇ? ਇਹਨਾਂ ਦੇ ਜਾਨਵਰ ਦੁੱਧ ਦੇਣਾ ਜੇ 10 ਤੇ ਬਾਕੀ ਸੋਣਾ ਹੈ ਜੇ। ਠੀਕ ਹੈ। ਉਹ ਸੂਪਨ ਦੇ ਮਹੀਨੇ ਦੋ ਤੱਕ ਦੱਸਾਂ ਤੋਂ ਤੁਹਾਨੂੰ ਕਿੰਨਾ ਕੁ ਦੁੱਧ ਮਿਲ ਜਾਂਦਾ ਹੈ? ਦਸਾਂ ਹੀ ਮਿਲ ਜਾਂਦਾ ਕੋਈ ਮੰਡੇ ਟਾਈਮ ਦਾ। ਠੀਕ ਹੈ। ਹਾਂਜੀ। ਇੱਕ ਟਾਈਮ ਦਾ, 2 ਟਾਈਮਾਂ ਦਾ 3 ਮਣ ਦੇ ਕਰੀਬ ਹੋ ਗਿਆ। ਹਾਂਜੀ। 100 ਜ਼ਬਰਦਸਤ, ਰੁਪਏ ਕਿਲੋ ਮਾਸ਼ਾਅੱਲਾ। 4000 ਰੁਪਏ ਬਣਦਾ। ਠੀਕ ਹੈ। ਤੁਹਾਡੇ ਕੋਲ ਦੋਵੇਂ ਕਿਸਮ ਦੇ ਜਾਨਵਰ ਨੇ, ਮੱਝਾਂ ਵੀ ਨੇ ਤੇ ਗਾਈਆਂ ਵੀ ਨੇ। ਜੀ। ਤੁਹਾਡਾ ਕੀ ਤਜਰਬਾ ਕਹਿੰਦਾ ਕਿ ਗਾਈਆਂ ਠੀਕ ਰਹਿੰਦੀਆਂ ਨੇ ਜਾਂ ਮੱਝਾਂ ਠੀਕ ਰਹਿੰਦੀਆਂ ਜਾਂ ਮਿਕਸ ਰੱਖਣੀ ਮਿਕਸ ਚਾਹੀਦੀ? ਰੱਖਣੀ ਚਾਹੀਦੀ। ਉਹਦੀ ਕੀ ਵਜ੍ਹਾ? ਉਹਦੀ ਵਜ੍ਹਾ ਇਹ ਹੈ ਕਿ ਨਿਰਾ ਗਾਈਆਂ ਦੁੱਧ ਨਹੀਂ ਵਿਕੇਗਾ। ਠੀਕ ਹੈ। ਆਮਦਨ ਘੱਟ ਹੈ ਖਰਚਾ ਜ਼ਿਆਦਾ ਹੀ ਹੈ। ਠੀਕ ਹੈ। ਜਾ ਪਾਲਣੇ ਤੇ ਫਿਰ ਨਿਰੀਆਂ ਗਾਈਆਂ ਰੱਖ ਲਓ। ਠੀਕ ਹੈ। ਜੇ ਦੁੱਧ ਵੇਚਣਾ ਫਿਰ ਮੱਝਾਂ ਹੋਣੀ ਚਾਹੀਦੀ ਵਿੱਚ ਗਾਈ 2-3 ਹੋਣੀ ਚਾਹੀਦੀ। ਇਸ ਤੋਂ ਜ਼ਿਆਦਾ ਨਹੀਂ। ਨਹੀਂ ਸਿਆਲ ਵਿੱਚ ਜਿਹੜਾ ਨਾ ਹੂੰ। ਤੇ ਗਾਈਆਂ ਕੋਲ ਲੈਂਦਾ ਹੀ ਕੋਈ। ਤੇ ਜਿਹੜੀਆਂ ਤੁਹਾਡੀਆਂ ਗਾਈਆਂ ਨੇ ਇਹ ਤੁਸੀਂ ਦੱਸਿਆ ਵਲੈਤੀ ਨਸਲ ਦੀਆਂ ਨੇ। ਹਾਂਜੀ। ਲੋਕ ਕਹਿੰਦੇ ਨੇ ਸਾਡਾ ਇਲਾਕਾ ਗਰਮ ਹੈ, ਇੱਥੇ ਬਿਮਾਰ ਹੋ ਜਾਂਦੇ ਨੇ ਗਰਮੀ ਨਾਲ। ਉਹ ਕਰਾਸ ਤੁਸੀਂ ਕੀ ਕਰਦੇ ਹੋ? ਕ੍ਰਾਸ ਕਾਹਦਾ ਕ੍ਰਾਸ ਹੋਣਾ ਚਾਹੀਦਾ ਜਾਂ ਗਰਮੀ ਬਰਦਾਸ਼ਤ ਕਰਦੇ ਹੋ? ਗਾਂ ਜਿਹੜੀ ਤੇ ਕਰਾਸ ਟੀਕਾ ਲਵਾਈਏ ਸਾਈਵਾਲ ਦਾ। ਹੂੰ। ਗਾਂ ਹੋਏ ਬਲਾਕਰ ਤੇ ਗਾਂ ਕਰਾਸ ਹੋਈ ਹੈ। ਹੂੰ। ਤੇ ਜੇ ਹੋਏ ਕਰ ਬਲਾਕਾ ਦੇਸੀ ਕਰਾਸ ਉਹਨੂੰ ਆਸਟ੍ਰੇਲੀਆ ਤੇ ਕਲਰ ਬਲਾਤੀ ਹੋਈ ਠੀਕ ਹੈ। ਤੇ ਇਹ ਜਿਹੜੀ ਹੈ ਮਤਲਬ ਕਿ ਬਰਦਾਸ਼ਤ ਕਰ ਜਾਂਦੀ ਹੈ ਗਰਮੀ? ਕਰ ਜਾਂਦੀ ਹੈ। ਤੁਸੀਂ ਵਲੈਤੀਆਂ ਨੂੰ ਕਿੰਨੀ ਗਰਮੀ ਬਰਦਾਸ਼ਤ ਕਰਾਉਂਦੇ ਹੋ? ਆ ਜਿਹੜਾ ਨਾ ਵੰਡਾ ਠੰਡਾ ਪਾਈ ਦਾ ਤੂੜੀ ਛੁੜੀ ਤੇ ਗਰਮੀ ਘੱਟ ਕਰਾਂਗੀ। ਮੇਰੇ ਪੱਠੇ ਪਾਣੀ ਗਰਮੀ ਜ਼ਿਆਦਾ ਕਰਾਂਗੀ। ਠੀਕ ਹੈ। ਹਾਂਜੀ। ਯਾਨੀ ਨੀਰਾ ਹਰਾ ਖਾਣੀਆਂ ਤੇ ਗਰਮੀ ਜ਼ਿਆਦਾ ਕਰਾਂਗੀ। ਤੁਸੀਂ ਸਿਰਫ ਇਹਨਾਂ ਨੂੰ ਪੱਠਿਆਂ ਤੇ ਰੱਖਿਆ ਜਾਂ ਚਰਾਈ ਵੀ ਕਰਾਉਂਦੇ ਹੋ? ਇਹ ਚੜਾਈ ਨਹੀਂ ਕਰਾਂਦੇ। ਅਸੀਂ ਪੱਠੇ ਬੰਨ ਕੇ ਮੰਜੇ ਸਾਫ ਸੇਵਾ ਕਰਦੇ ਇਹਨਾਂ ਦੀ। ਠੀਕ ਹੈ। ਤੇ ਮੱਝਾਂ ਜਿਹੜੀਆਂ 200 ਚੰਗਾ ਦੇਂਦੀ ਬਾਹਰ ਤੋਂ ਫਿਰ ਦੁੱਧ ਨਹੀਂ ਦੇਂਦੀ। ਇੱਕ ਜਾਨਵਰ ਤੁਹਾਡਾ ਕਿੰਨੇ ਕੁ ਪੱਠੇ ਖਾ ਜਾਂਦਾ ਰੋਜ਼ਾਨਾ ਦੇ? ਰੋਜ਼ਾਨਾ ਦੇ ਮਨ ਟਾਈਮ ਦੇ ਪੱਠੇ ਪਾਣੇ ਚਾਹੀਦੇ ਇਹਨਾਂ ਨੂੰ। ਇੱਕ ਟਾਈਮ ਦੇ? 2 ਟਾਈਮਾਂ ਦੇ? 2 ਟਾਈਮ 1.5 ਮਨ। 1.5 ਮਣ ਹੋ ਗਏ। ਹਾਂਜੀ। ਤੇ ਇੱਕ ਜਾਨਵਰ ਤੇ ਖਰਚ ਕਿੰਨਾ ਕੁ ਆ ਜਾਂਦਾ ਇੱਕ ਰੋਜ਼ਾਨਾ ਦਾ? ਕੋਈ ਆ ਜਾਂਦਾ ਕੋਈ 300-350 ਰੁਪਏ। ਮਾਸ਼ਾਅੱਲਾ। ਤੇ ਇਹਦੇ ਜੋ ਹਾਸਲ ਕੀ ਹੁੰਦਾ ਫਿਰ? ਹਾਸਲ ਲਾ ਲਓ 12 ਲੀਟਰ ਵੀ ਲਾ ਲਓ ਜਾਂ 15 ਲੀਟਰ ਲਾਓ। ਠੀਕ ਹੈ। 1500 ਰੁਪਇਆ ਤੁਹਾਡੇ ਖਿਆਲ 'ਚ ਇਹ ਕੰਮ ਮੁਨਾਫੇ ਦਾ ਜਾਂ ਨੁਕਸਾਨ ਦਾ? ਨਫੇ ਦਾ। ਮੁਨਾਫੇ ਦਾ। ਹਾਂਜੀ। ਜ਼ਬਰਦਸਤ। ਪੈਸੇ ਆਪਣੇ ਲਾਏ ਹੋਣ ਫਿਰ ਨਫਾ। ਜ਼ਬਰਦਸਤ। ਅੱਲਾਹ ਪਾਕ ਮਜੀਦ ਤੁਹਾਡੇ ਕੰਮ 'ਚ ਬਰਕਤ ਦੇ ਜੀ। ਅੱਛਾ, ਤੁਸੀਂ ਦੱਸਿਆ ਕਿ ਤੁਸੀਂ ਡੰਗਰਾਂ ਨੂੰ ਜ਼ਿਆਦਾ ਬੰਨ੍ਹਦੇ ਹੋ, ਖੋਲਦੇ ਕਿਉਂ ਨਹੀਂ? ਉਹ ਦੇਖਦੇ ਪੈਲੀਆਂ ਘੱਟ ਨੇ ਦੁਆਲੇ ਮੁੰਨੀਆਂ ਲੱਗ ਜਾਂਦੀਆਂ ਗਰਮੀ ਵਿੱਚ ਜਾ ਖੋਲੀਆਂ 2-4 ਮਹੀਨੇ। ਤੇ ਪਹਿਲੀ ਬੰਨਾ ਤੁਹਾਡਾ ਆਪਣਾ ਹੈ ਜਾਂ? ਨਹੀਂ ਪਾਲੀ ਬਣਾ ਆਪਣੇ ਤੇ ਉਹ ਤੁਹਾਨੂੰ ਫਾਇਦਾ ਹੋ ਜਾਂਦਾ ਪੱਠਿਆਂ ਦਾ? ਹਾਂਜੀ। ਇਸ ਤੋਂ ਇਲਾਵਾ ਜਿਹੜਾ ਤੁਸੀਂ ਪੱਠਿਆਂ ਤੋਂ ਇਲਾਵਾ, ਚਾਰੇ ਤੋਂ ਇਲਾਵਾ ਕਿਹੜੀ ਚੀਜ਼ਾਂ ਨੂੰ ਪਾਉਂਦੇ ਹੋ? ਜਿਸ ਤਰ੍ਹਾਂ ਚੋਖਰ ਹੋ ਗਿਆ, ਕਿਹੜੀ ਚੀਜ਼ ਹੈ? ਖਾਲ ਵੜੇਵੇਂ ਦੀ ਹੋ ਗਈ, ਦਲੀਆ ਹੋ ਗਿਆ, ਰੋਟੀਆਂ ਹੋ ਗਈਆਂ, ਪੌੜੀ ਹੈ। ਖਾ ਲੋਗੇ। ਇਹ ਪਾਈਏ ਦੁੱਧ ਸਹੀ ਦੇ। ਉਹਨਾਂ ਦੀ ਜ਼ਰਾ ਮਿਕਦਾਰ ਦੱਸਿਓ ਕਿ ਕਿੰਨੇ ਪਾਉਂਦੇ ਤੁਸੀਂ? 2.5 ਕਿਲੋ ਪਾਣੀ ਚਾਹੀਦੀ। 2.5 ਕਿਲੋ ਪਾਣੀ ਚਾਹੀਦੀ ਹੈ। ਜੀ। ਤੁਸੀਂ ਵੀ ਇੰਨੀ ਪਾ ਰਹੇ? ਵੰਡੇ ਜਿਹੜੇ ਨਾ ਇਕੱਠੇ ਰਲਾ ਕੇ 2.5 ਕਿਲੋ ਵੰਡਾਉਣਾ ਚਾਹੀਦਾ। ਤੇ ਇਕੱਠੇ ਰਲਾ ਕੇ ਉਹਨਾਂ ਦਾ ਫਾਇਦਾ ਜ਼ਿਆਦਾ ਹੈ। ਹਾਂਜੀ। ਤੇ ਕੁਝ ਲੋਕ ਪਾਓ ਦੇ ਉਹਦਾ ਫਾਇਦਾ ਕੋਈ ਨਹੀਂ। ਦੁੱਧ ਘੱਟ ਅੱਛਾ, ਨਹੀਂ ਠੀਕ ਹੈ। ਦੁੱਧ ਸੰਘਣਾ ਹੋ ਜਾਏਗਾ। ਕੁਝ ਲੋਕ ਹੁੰਦੇ ਨੇ ਉਹ ਨਹੀਂ ਰਲਾਉਂਦੇ, ਉਹ ਵੱਖਰਾ ਪਾਉਣ ਦੀ ਕੋਸ਼ਿਸ਼ ਕਰਦੇ ਨੇ। ਨਹੀਂ ਇਕੱਠਾ ਹੀ ਮਿਕਸ ਕਰਕੇ ਭੇ ਲਓ ਨਾ ਸਾਰਾ। ਤੁਹਾਡਾ ਤਜਰਬਾ ਹੈ ਕਿ ਮਿਕਸ ਹੋਣਾ ਚਾਹੀਦਾ? ਉਸ ਤੇ ਕਾਲ ਲੋਗੇ ਇੰਨੀਆਂ ਮੱਝਾਂ ਨੇ ਉਹਨਾਂ ਵੰਡਾ ਲਿਆ ਕੇ 2.5 ਕਿਲੋ ਦੀ ਉਸ ਤਰ੍ਹਾਂ ਕੇ ਸਾਰੀਆਂ ਇੱਕ ਵੱਡਾ ਡਰਮ ਲਾ ਉਹ ਭੇ ਦੋ ਪਤਲਾ ਕਰਕੇ ਫੀਲ ਹੋ ਕੇ ਬਾਜ ਪਾਈ ਜਾ। ਤੇ 2 ਬੰਦੇ
ਇਹਨਾਂ 5 ਡੰਗਰਾਂ ਨੂੰ ਅੱਛੇ ਤਰੀਕੇ ਨਾਲ ਸੰਭਾਲ ਲੈਂਦੇ ਨੇ ਅੱਛੇ ਤਰੀਕੇ ਉਹ ਮੁਸ਼ਕਲ ਤੇ ਨਹੀਂ ਪੇਸ਼ ਆਉਂਦੀ ਨਹੀਂ ਕੋਈ ਮੁਸ਼ਕਲ ਨਹੀਂ। ਬਿਮਾਰੀਆਂ ਕੋ ਦੱਸ ਸਕਦੇ ਹੋ ਕਿ ਡੰਗਰਾਂ ਨੂੰ ਕਿਹੜੀਆਂ ਹੋ ਜਾਂਦੀਆਂ ਨੇ? ਬਿਮਾਰੀਆਂ ਹੋ ਜਾਂਦੀ, ਚੰਦਰੀ ਹੋਈਏ, ਬੁਖਾਰ ਹੋਈਏ, ਇਹਦਾ ਟੀਕਾ ਲਾਓ, 5 ਗ੍ਰਾਮ ਦਾ ਲਾਓ, ਟੈਰਾਮੈਕਸਿਨ ਲਾਓ, ਠੀਕ ਹੋ ਜਾਂਦੀ। ਉਹ ਆਪ ਹੀ ਲਾ ਲੈਂਦੇ ਉਹ ਹੋ? ਆਪਣੀ ਲਾ ਲਓ। ਤੇ ਅਗਰ ਖੁਦਾ ਨਾ ਖਾਸਤਾ ਜ਼ਿਆਦਾ ਬਿਮਾਰ ਹੈ ਫਿਰ ਡਾਕਟਰ ਨੂੰ ਬੁਲਾਉਣਾ ਫਿਰ ਪੈਂਦਾ? ਡਾਕਟਰ ਨੂੰ ਬੁਲਾਉਣਾ ਪੈਂਦਾ। ਡਾਕਟਰ ਸਰਕਾਰੀ ਬੁਲਾਓ, ਆਮ ਡਾਕਟਰ ਨੂੰ ਨਾ ਬੁਲਾਓ। ਅੱਛਾ, ਤੁਸੀਂ ਸਰਕਾਰੀ ਡਾਕਟਰ ਨੂੰ ਤਰਜੀਹ ਦੇਵੋਗੇ? ਚੰਗਾ ਡਾਕਟਰ ਉਹਦੀ ਕੀ ਵਜ੍ਹਾ? ਉਹਦੀ ਆਵੇ ਲੋਕਲ ਡਾਕਟਰ ਜੀ ਦਵਾਈ ਦੇਣਗੇ, ਭਾਰੀ ਦੇਣਗੇ, ਮਈਆਂ ਨਵੀਆਂ ਪਾਈਏ ਜੀ। ਇਹ ਤਜਰਬਾ ਤੁਸੀਂ ਕਰ ਚੁੱਕੇ ਹੋ? ਬਾਅਦ ਚ ਆਖੇਗਾ ਜੀ ਮੇਰਾ ਨਾਂ ਨਾ ਲਵਿਓ, ਮੇਰਾ ਕਸੂਰ ਕੋਈ ਨਹੀਂ, ਦਵਾਈ ਤੇਰਾ ਪਿੱਛੋਂ ਆਈ ਜੀ। ਯਾਨੀ ਡਾਕਟਰ ਜਿਹੜਾ ਵੀ ਉਹ ਇੱਕ ਤੇ ਪਹਿਲੇ ਨੰਬਰ ਤੇ ਉਹ ਸਰਕਾਰੀ ਹੋਣਾ ਚਾਹੀਦਾ ਔਰ ਦੂਸਰਾ ਅਗਰ ਪ੍ਰਾਈਵੇਟ ਵੀ ਹੈ ਤਾਂ ਉਹ ਸਹੀ ਡਾਕਟਰ ਹੋਣਾ ਚਾਹੀਦਾ। ਸਰਟੀਫਾਈਡ ਯਾਨੀ ਡਿਪਲੋਮੇ ਵਾਲਾ ਡਾਕਟਰ। ਯਾਨੀ ਦੂਜਿਆਂ ਕੋਲ ਨਹੀਂ ਲੈਣੀ ਚਾਹੀਦੀ, ਇਹ ਤੁਹਾਡਾ ਤਜਰਬਾ ਹੈ? ਹਾਂਜੀ। ਸਹੀ ਹੈ। ਤਾਂ ਮੱਝਾਂ ਦੇ ਵਿੱਚ ਟੀਕੇ ਨਾਲ ਜਿਹੜਾ ਅਗਲਾ ਸੂਆ ਕਰਵਾਉਣਾ ਚਾਹੀਦਾ ਹੈ ਜਾਂ ਝੋਟਾ ਰੱਖਣਾ ਚਾਹੀਦਾ? ਤੁਹਾਡੇ ਨਹੀਂ ਹੋਣਾ ਜੀ, ਝੋਟਾ ਹੀ ਵਿੱਚ ਚਾਹੀਦਾ। ਝੋਟਾ ਚਾਹੀਦਾ ਹੈ। ਹਾਂਜੀ। ਤੇ ਝੋਟੇ ਨੇ ਪੱਠੇ ਵੀ ਦਿਖਾਣੇ ਨਾ, ਸਾਰਾ ਸਾਲ ਪੱਠੇ ਖਾਣੇ ਤੇ 10 ਵੀ ਮੱਝਾਂ ਕਰਾਉਣ ਵਾਸਤੇ ਰੱਖਣਾ ਮਨਾਸਬ ਰਹਿੰਦਾ ਹੈ। ਜਿੱਦਾਂ ਤੇ ਉਹਨੇ ਪੱਠੇ ਖਾਣੇ ਨੇ, ਜਿੰਨੀਆਂ ਨੇ ਮਈਆਂ ਕਰਨੀਆਂ ਉਨੀ ਰਕਮ ਦਾ ਹੀ ਰਕਮ ਵਧਾਈਏਗਾ। ਜੇ ਮਸਲਾ 70 ਦਾ ਡੱਲਿਆ ਨਾ ਹੂੰ ਤੇ 6 ਮਹੀਨੇ ਬਾਅਦ ਲੱਖ ਦਾ ਵਿਕ ਜੇ। ਠੀਕ ਹੈ। ਜੇ ਉਹਨੇ ਮਈਆਂ ਵੀ ਬਣਾਉਣੀਆਂ, ਆਪਣਾ ਖਰਚਾ ਵੀ ਕੱਢਣਾ, ਜੇ ਕੋਈ ਫਿਰ ਵੀ ਨਫਾ ਉਹਦੇ 'ਚ। ਤੁਸੀਂ ਰੱਖਿਆ ਜਾਂ ਨਹੀਂ? ਅਸੀਂ ਹੁਣ ਰੱਖਿਆ ਵੇਚ ਦਿੱਤਾ। ਅੱਛਾ, ਵੇਚਿਆ ਤੁਸੀਂ ਰੱਖਿਆ? ਵੇਚਦੇ ਨੇ। ਝੋਟਾ ਨਸਲ ਕਿਹੜੀ ਦਾ ਹੋਣਾ ਚਾਹੀਦਾ? ਸਭ ਬਾਰੀ ਦਾ ਹੋਣਾ ਚਾਹੀਦਾ ਝੋਟਾ, ਬਾਰੀ ਨਸਲ ਦਾ ਇੱਥੇ ਫਿੱਟ ਰਹਿੰਦਾ ਹੈ। ਫਿੱਟ ਰਹਿੰਦਾ। ਜ਼ਬਰਦਸਤ। ਅੱਛਾ ਸਰ, ਇਹ ਦੱਸੋ ਕਿ ਮੱਝ ਜਾਂ ਗਾय ਖਰੀਦਣੀ ਹੋਏ ਤੇ ਕਿੱਥੋਂ ਜਾ ਕੇ ਖਰੀਦਣੀ ਚਾਹੀਦੀ ਹੈ? ਅੱਡਿਆਂ ਚੋਂ, ਘਰਾਂ ਚੋਂ ਜਾਂ ਮੰਡੀਆਂ ਚੋਂ? ਮੰਡੀਆਂ ਜਿਹੜੀ ਲੈਣੀ ਜੋ ਉਸ ਇਲਾਕੇ 'ਚ ਜਾ ਕੇ ਲੈਣੀ, ਚੱਕਾਂ ਨਹੀਂ ਫਿਰ ਕੇ ਖੁਦ ਖੁਦ। ਮੱਝ ਲੈਣ ਵਾਸਤੇ ਜਦੋਂ ਲੈਣੀ ਹੈ ਤਾਂ ਉਹਦੀ ਕਿਹੜੀ ਕਿਹੜੀ ਚੀਜ਼ ਵੇਖ ਕੇ ਲੈਣੀ ਚਾਹੀਦੀ ਹੈ? ਉਹਦਾ ਥਾਂ ਚੰਗੇ ਹੋਣ, ਜੋ ਸਮਝੰਗਾ, ਲਾਮ ਚੰਗੀ ਹੋਏ, ਮਈ ਸੋਹਣੀ ਹੋਏ, ਠੀਕ ਹੈ। ਝੋਟੀ ਹੋਏ ਪਹਿਲਾਂ ਠੀਕ ਹੈ। ਜਾਂ ਦੂਜੇ ਠੀਕ ਹੈ। ਚੌਥੇ ਪੰਜਵੇਂ ਸੂਏ ਮਈ ਨਹੀਂ ਲੈਣੀ ਚਾਹੀਦੀ, ਠੀਕ ਹੈ। ਉਹਦੇ ਨੁਕਸਾਨ ਹੋਏਗਾ। ਠੀਕ ਹੈ। ਤੇ ਪਛਾਣ ਤੁਹਾਨੂੰ ਹੋ ਜਾਂਦੀ ਹੈ ਕਿ ਕਿੰਨੇ ਸੂਏ ਸੂਈ ਹੈ ਮੱਝ? ਪਤਾ ਚੱਲ ਜਾਂਦਾ। ਕਿਸ ਤਰ੍ਹਾਂ ਪਤਾ ਚੱਲਦਾ? ਉਹਦਾ ਪਤਾ ਲੱਗਦਾ ਮਈ ਇੱਕ ਥਾਂ ਛੋਟਾ ਹੋਏ, ਮਈ ਦਾ ਢਿੱਡ ਛੱਡ ਕੋਈ ਨਾ ਹੋਏ, ਮਈ ਪਹਿਲਾਂ ਨੂੰ ਹੋਏ। ਅੱਛਾ, ਕੋਈ ਸਿੰਗਾਂ ਦੀ ਵੀ ਲਾਮਤ ਹੁੰਦੀ ਹੈ? ਸਿੰਘਾਂ ਦੀ ਕੋਈ ਲਾਮ ਸਿੰਘ ਆਂਦੇ ਨੇ ਕੋਈ ਕੱਟ ਪੈ ਜਾਂਦੇ ਜਿੰਨੇ ਸੂਏ ਹੋ ਜਾਂਦੇ ਨੇ, ਉਹ ਕੋਈ ਉਹਦੇ ਚੱਕਰ? ਉਂਝ ਹੀ ਪਏ ਪੈਂਦੇ, ਉਂਝ ਹੀ ਪੈ ਪੈਂਦੇ? ਉਂਝ ਹੀ ਪਏ ਪੈਂਦੇ। ਉਹਦਾ ਕੋਈ ਚੱਕਰ ਨਹੀਂ? ਨਾ ਇੱਕ ਬਜ਼ੁਰਗ ਮੈਨੂੰ ਮਿਲੇ ਹਨ ਜੀ, ਜਿੰਨੇ ਸੂਏ ਡੰਗਰ ਸੂਇਆ ਹੋਏ ਉਹਨੇ ਉਹਨੂੰ ਕੱਟ ਪੈ ਜਾਂਦੇ ਨੇ। ਨਹੀਂ ਨਹੀਂ, ਐਸੀ ਕੋਈ ਗੱਲ ਨਹੀਂ? ਨਾ। ਜ਼ਬਰਦਸਤ। ਸਿੰਘ ਛੋਟਾ ਹੋਣਾ ਚਾਹੀਦਾ, ਕੁੰਡੇ ਸਿੰਘ ਹੋਣੇ ਚਾਹੀਦੇ, ਠੀਕ ਹੈ। ਵੱਡਿਆਂ ਸਿੰਘਾਂ ਦੀ ਮਈਆਂ ਨਹੀਂ ਲੈਣੀ ਚਾਹੀਦੀ। ਠੀਕ ਹੈ। ਬਾਅਦ ਵਿੱਚ ਬੰਦਾ ਨਾ ਘੋਲ ਹੋਏ, ਠੀਕ ਹੈ। ਉਹ ਇੱਕ ਦੂਜੇ ਸਿੰਘ ਪਰ ਸਾਹ ਤੋੜ ਲੈਂਦੀ ਹੈ। ਕਹਿੰਦੇ ਨੇ ਕਿ ਮੁਲਤਾਨ ਦੇ ਇਲਾਕੇ ਦੀਆਂ, ਬਾਹਰ ਦੇ ਇਲਾਕੇ ਦੀਆਂ ਮੱਝਾਂ ਇੱਧਰ ਹੋਣ ਤੇ ਉਹ ਪਾਣੀ ਲਾਗ ਦੀ ਵਜ੍ਹਾ ਤੋਂ ਉਹਨਾਂ ਨੂੰ ਪਿੱਛੇ ਦਾ ਮਸਲਾ ਹੋ ਜਾਂਦਾ ਹੈ, ਉਹਦਾ ਕੀ ਹੱਲ ਕਰਦੇ ਹੋ? ਪਿੱਛੇ ਦਾ ਮਸਲਾ ਇਹ ਹੁੰਦਾ ਜਦੋਂ ਬਹੁਤੀ ਮਈ ਆ ਕੇ ਬਾਦੀ ਕਰਦੀ ਉਹਨੂੰ ਮਿੱਠਾ ਤੇਲ ਦੋ ਪਿੱਛਾ ਨਾ ਦੇ। ਮਿੱਠਾ ਤੇਲ ਕਾਹਦਾ ਹੁੰਦਾ ਹੈ? ਤਿਲਾਂ ਦਾ। ਤਿਲਾਂ ਦਾ? ਹਾਂਜੀ। ਉਹ ਤੇ ਗਰਮ ਨਹੀਂ ਹੁੰਦਾ? ਗਰਮ ਹੁੰਦਾ ਤਾਂ ਇਹ ਪਿੱਛਾ ਖੜਾ ਨਹੀਂ, ਬਾਦੀ ਨੇ ਪਿੱਛਾ ਦੇਣੀ ਮਲ। ਠੀਕ ਹੈ। ਤੇ ਜਿਹੜੀ ਗਰਮੀ ਨਾਲ ਦਿੰਦੀ ਹੋਏ ਉਹਦਾ? ਉਹਨੂੰ ਦਵੋ ਠੰਡੀ ਛਾ ਦਿਓ, ਜੇ ਮੈਂ ਹੁਣ ਦੱਸੀ ਤੁਸੀਂ ਪਿਆ ਲਓ, ਮੱਖਣ ਦਿਓ, ਠੀਕ ਹੋ ਜੀ। ਕੋਈ ਟੀਕੇ ਸ਼ੀਕੇ ਵੀ ਨਿਕਲੇ ਨੇ? ਨਹੀਂ ਟੀਕੇ ਨਹੀਂ ਲਾਉਂਦੇ, ਇਹ ਦੇਸੀ ਹੱਲ ਹੈ? ਦੇਸੀ ਗੱਲ। ਪਿੱਛੇ ਦਾ ਟੀਕਾ ਲਵਾਉਣ ਦਾ ਕੀ ਨੁਕਸਾਨ ਹੈ? ਉਹ ਦਵਾਓ ਦੇ ਮੈਂ ਅੱਗੋਂ ਦੁੱਧ ਨਾ ਦੇ ਸੜ ਜਾਂਦੀ ਹੈ? ਸਾੜ ਛੱਡ। ਗਰਮ ਹੁੰਦਾ ਹੈ? ਗਰਮ ਹੁੰਦਾ। ਜ਼ਬਰਦਸਤ। ਮੱਝ ਕੋਈ ਤਰੂ ਜਾਂਦੀ ਜਾਂ ਗਾਂ ਤਰੂ ਜਾਂਦੀ ਹੈ ਤੇ ਉਹਦਾ ਦੁੱਧ ਵਿੱਚ ਹਾਸਲ ਕਰਨ ਵਾਸਤੇ ਅੱਗੋਂ ਫਿਰ ਕੀ ਕਰੀਦਾ? ਉਹ ਜਦੋਂ ਮਾਈ ਗਾਈ 7ਵੇਂ ਮਹੀਨੇ ਜਾਂ 7ਵੇਂ ਮਹੀਨੇ ਤਰੁੰਦੀ ਹੈ, ਹੂੰ। ਉਹ ਤਰੁੰਦੀ ਰਹਿਣ। ਠੀਕ ਹੈ। ਉਹਨੂੰ ਕਾਲੀ ਮਿਰਚਾਂ, ਜੀਰੀ, ਘਿਓ ਦੇਸੀ, ਠੀਕ ਹੈ। ਦੁੱਧ, ਠੀਕ ਹੈ। ਉਹ ਗਰਮ ਕਰਕੇ ਝੋਲ ਬਣਾ ਕੇ ਠੀਕ ਉਹ ਹੈ। ਮੱਝ ਨੂੰ ਪਿਆਓ। ਹੂੰ। 2 ਕਿਲੋ ਘਿਓ ਦਿਓ, ਮੈਂ ਦੁੱਧ ਤੇ ਆਈਏ। ਠੀਕ ਹੈ। ਕਿੰਨੇ ਦਿਨ? ਪਾ ਦੇਣਾ 8 ਦਿਨ, 8 ਦਿਨ? 2 ਕਿਲੋ ਦਿੰਦਾ, ਹਾਂ। 8 ਦਿਨ ਹੋਣਗੇ। 8 ਦਿਨ ਠੀਕ ਹੈ। ਹਾਂ। ਕੁਝ ਲੋਕ ਸੁੱਕੀਆਂ ਮੱਝਾਂ ਨੂੰ ਵੀ ਵੰਡਾ ਦਿੰਦੇ ਨੇ ਤੇ ਉਹਦੀ ਵਜ੍ਹਾ ਬਿਆਨ ਕਰ ਦੇਣ ਕਿ ਕੋਈ ਨਵੀਆਂ ਛੇਤੀ ਹੁੰਦੀਆਂ ਨੇ। ਕੁਛ ਆਂਦੇ ਨੇ ਸਿਰਫ ਦੁੱਧ ਵਾਲੀਆਂ ਨੂੰ ਵੰਡਾ ਦੇਣਾ ਚਾਹੀਦਾ ਕਿਉਂਕਿ ਜਿਹੜੀਆਂ ਸੁੱਕੀਆਂ ਨੇ ਉਹਨਾਂ ਦੇ ਖਰਚਾ ਕੱਢਣਾ ਨਹੀਂ ਤੇ ਫਿਰ ਪੱਲਿਓਂ ਪੈ ਜਾਂਦਾ। ਤੁਹਾਡੀ ਕੀ ਰਾਏ ਵੇ ਕਿ ਜਿਹੜਾ ਡੰਗਰ ਹੁਸ਼ਕ ਜਾਂ ਦੁੱਧ ਨਹੀਂ ਦੇ ਰਿਹਾ ਉਹਨੂੰ ਵੀ ਵੰਡਾ ਖਵਾਉਣਾ ਚਾਹੀਦਾ ਕਿ ਨਹੀਂ? ਉਹਨੂੰ ਥੋੜਾ ਕਿਲੋ ਘਟਾਉਣ ਦਾ ਵੰਡਾ ਪਾਓ, ਅੱਗੋਂ ਜ਼ਿਆਦਾ ਦੁੱਧ ਦੇਗਾ। ਜ਼ਿਆਦਾ ਦੁੱਧ ਦੇਗਾ? ਜ਼ਿਆਦਾ ਆਂਦੇ ਨੇ ਬੋਲਦੀਆਂ ਫਿਰ ਛੇਤੀ ਨੇ। ਛੇਤੀ ਬੋਲਦੇ। ਇਹ ਠੀਕ ਗੱਲ ਹੈ? ਠੀਕ। ਤੇ ਤੁਹਾਡੀ ਰਾਏ ਇੱਧਰ ਹੀ ਹੈ ਕਿ ਸਾਨੂੰ ਜਿਹੜਾ ਨਾ ਵੰਡਾ ਪਾਣਾ ਚਾਹੀਦਾ ਹੁਸ਼ਕ ਡੰਗਰ ਨੂੰ? ਖੁਸ਼ਕ ਨੂੰ ਪਾਉਣਾ ਚਾਹੀਦਾ, ਥੋੜਾ ਪਾ ਲਓ। ਥੋੜਾ ਪਾ ਲਓ ਲੇਕਿਨ ਪਾਓ ਜ਼ਰੂਰ। ਪਾਓ ਜੀ, ਜ਼ਬਰਦਸਤ। ਕਿਲੋ ਪਾ ਲਓ। ਠੀਕ ਹੈ। ਅਸੀਂ ਸਰ ਤੁਹਾਨੂੰ ਬਹੁਤ ਸਾਰੀਆਂ ਗੱਲਾਂ ਪੁੱਛੀਆਂ ਨੇ, ਕੋਈ ਆਖਰੀ ਗੱਲ ਜਿਹੜੀ ਤੁਸੀਂ ਆਪਣੀ ਤਰਫੋਂ ਡੰਗਰ ਪਾਲਣ ਵਾਲੇ ਹਜ਼ਰਾਤ ਨੂੰ ਦੱਸਣਾ ਚਾਹੋ ਜਾਂ ਨਵੇਂ ਨੌਜਵਾਨਾਂ ਨੂੰ ਦੱਸਣਾ ਚਾਹੋ ਜਿਹੜੇ ਇਸ ਕੰਮ 'ਚ ਆਉਣਾ ਚਾਹੁੰਦੇ ਨੇ, ਹਾਂਜੀ। ਜਿਹੜੀ ਗੱਲ ਤੁਹਾਡੀ ਸਦਕਾ ਜਾਰੀਆ ਬਣ ਜੇ, ਤੋਹਫਾ ਤਾਂ ਆਪਣੀ ਤਰਫੋਂ ਇੱਕ ਗੱਲ ਦੱਸੋ, ਹਾਂਜੀ। ਕੋਈ ਗੱਲ। ਇਹਨਾਂ ਨੂੰ ਜਿੰਨਾ ਵੀ ਸੰਭਾਲੋ ਤੇ ਉਹਨੇ ਬੰਦਾ ਫਾਇਦੇ ਚ ਦੇ। ਹੂੰ ਤੇ ਜੇ ਇਹਨਾਂ ਨੂੰ ਰੱਖ ਕੇ ਆਪੇ ਘਰ ਲੰਮੇ ਭਾਈ ਹੋਵੇ ਹੂੰ ਤੇ ਦੁੱਧ ਨਹੀਂ ਦੇਣਗੇ, ਰਹਿ ਜਾਂਦੀ, ਠੀਕ ਪੈਸੇ ਮੁੱਕ ਜਾਂਦੇ। ਠੀਕ ਹੈ। ਇਹ ਰਹਿ ਜਾਂਦੀਆਂ 2 ਦੀ ਲਓ ਦੇ, ਹੂੰ ਇਹ ਰਹੀ ਜੀ 60 ਕੁ ਦੀ। ਠੀਕ ਹੈ। ਤੇ ਜੇ ਇਹਨਾਂ ਦੇ ਕੋਲ ਰਵੋ ਦੇ, ਠੀਕ ਹੈ। ਇਹਨਾਂ ਨੂੰ ਸੇਵਾ ਕਰੋ, ਇਹਨਾਂ ਨੂੰ ਨਵਾਲੋ ਦੇ, ਪਾਣੀ ਡਾਓ ਦੇ, ਠੀਕ ਹੈ। ਇਹਨਾਂ ਨੂੰ ਖੁਰਾਕ ਪਾਓ ਤੇ ਪਛਾਵੇਂ ਕਰੋ। ਠੀਕ ਹੈ। ਇਹ ਜਿਹੜਾ ਨਾ ਪ੍ਰੋਫਿਟ ਜ਼ਿਆਦਾ ਬਣਾਉਂਦੀ। ਅੱਛਾ, ਤੁਸੀਂ ਨਵਾਲਣ ਦੀ ਗੱਲ ਕੀਤੀ ਹੈ, ਇਹਨਾਂ ਨੂੰ ਕਿੰਨੀ ਕੁ ਵਾਰੀ ਨਵਾਉਂਦੇ ਹੋ ਤੁਸੀਂ ਦਿਹਾੜੀ 'ਚ? ਤਿੰਨ ਵਾਰੀ ਬਣਾਉਣਾ ਚਾਹੀਦਾ। ਜਿੰਨਾ ਲੋਕਾਂ ਕੋਲ ਪੈਸੇ ਨਾ ਹੂੰ ਉਹ 10 ਮਰਲੇ ਥੱਲੇ ਹੋਰ ਬਣਾਉਣ ਹੂੰ
ਚਾਰ ਫੇਰੇ ਕੰਧਾਂ ਬਣਾਉਣ, ਠੀਕ ਹੈ ਥੱਲੇ ਲੈਂਟਰ ਪਾਉਣ, ਠੀਕ ਹੈ ਜਿਵੇਂ ਮਕਾਨਾਂ ਦੇ ਪਾਈ ਦੇ, ਠੀਕ ਹੈ ਮਗਰ ਮੋਟਰ ਲਾਓ, ਠੀਕ ਹੈ ਵਿੱਚ ਹੌਦੀ ਵੀ ਬਣੀ ਹੋਏ ਉੱਥੋਂ ਹਵੇਲੀ ਦੇ ਵਿੱਚ ਹੀ। ਠੀਕ ਹੈ ਮਈਆਂ ਵਿੱਚ ਨਹਾਉਣ ਨੂਣ, ਠੀਕ ਹੈ ਉਹ ਵੀ ਜਿਹੜਾ ਕੰਮ ਮੁੱਕ ਜਾਂਦਾ ਮੱਝਾਂ ਨੂੰ, ਨਹਾਉਣ ਦਾ ਵੀ ਪੈਸੇ ਬਚ ਜਾਂਦੇ, ਟਾਈਮ ਬਚ ਜਾਂਦਾ। ਟਾਈਮ ਵੱਧ ਜਾਂਦਾ। ਯਾਨੀ ਕਮ ਸੇ ਕਮ ਤੁਸੀਂ ਕਿਹਾ 3 ਵਾਰੀ ਇਹਨਾਂ ਨੂੰ ਪਾਣੀ 'ਚ ਵਾੜਨਾ ਚਾਹੀਦਾ। 3 ਵਾਰੀ ਵਾਰ ਲੈ ਠੀਕ ਹੈ ਠੀਕ ਹੈ ਸਰ, ਬਹੁਤ ਤੁਸੀਂ ਮਫੀਦ ਮਾਲੂਮਾਤ ਦਿੱਤੀਆਂ ਨੇ। ਕਿਸੇ ਬੰਦੇ ਨੇ ਤੁਹਾਡੇ ਨਾਲ ਰਾਬਤਾ ਕਰਨਾ ਹੋਏ ਜਾਂ ਤੁਹਾਡੇ ਕੋਲ ਕੋਈ ਜਾਨਵਰ ਖਰੀਦਣਾ ਚਾਹੇ, ਕਿਆ ਤੁਹਾਡੇ ਨਾਲ ਰਾਬਤਾ ਕਰ ਸਕਦਾ? ਕਰ ਸਕਦਾ। ਕੋਈ ਨੰਬਰ ਸ਼ੰਬਰ ਕੋਈ ਐਡਰੈਸ ਨੰਬਰ ਭਾਜੀ ਅਸੀਂ ਬੰਦੇ ਜੇ ਦੁਪਹਿਰ ਤੇ ਸਾਧਿਆ ਨਹੀਂ ਹੋਊਗਾ ਹੈ? ਪਤਾ ਕੀ ਹੈ ਇੱਥੋਂ ਦਾ? ਇਥੋਂ ਭਾਗਵਾ ਭਾਗਵਾਲ। ਤੁਹਾਡਾ ਨਾਮ ਪੁੱਛ ਲੈਣ। ਅਨਵਰ ਬਣਾਈ ਪੁੱਛ ਲੈ। ਠੀਕ ਹੈ ਹਾਂ ਤੇ ਮੇਰੇ ਕੋਲ ਮਾਲ ਜਿੱਥੇ ਵੀ ਆਖੇ ਨਾਲ ਲਾ ਲੈ ਦੇ। ਜ਼ਬਰਦਸਤ, ਬਹੁਤ ਸ਼ੁਕਰੀਆ ਸਰ, ਜੀ ਕੋ ਆਖੇ ਲੈ ਦੇ। ਜ਼ਬਰਦਸਤ ਸਰ, ਬਹੁਤ ਜਿੱਥੇ ਵੀ ਸ਼ੁਕਰੀਆ। ਆਖੇ ਕੋ ਲੈ ਜਾਣਾ। ਬੜੀ ਗੱਲ ਹੈ, ਬੜੀ ਗੱਲ। ਤੇ ਝੋਟੀ ਮੈਂ ਪਹਿਲਾਂ ਲਿਆ ਕੇ ਦਵਾਂਗੇ ਆ ਵੀ ਤੇ ਦੁੱਧ ਵਾਲੀ ਲਿਆ ਕੇ ਦਵਾਂਗੇ ਤੇ ਨਸਲੀ ਲਿਆ ਕੇ ਦੇਵਾਂਗੇ। ਵਾਹ ਜੀ ਵਾਹ, ਜ਼ਿੰਦਾਬਾਦ। ਯਾਨੀ ਲੋਕ ਤੁਹਾਡਾ ਰਾਬਤਾ ਕਰਨ ਤੇ ਉਹ ਖੁਸ਼ ਹੋਣ ਕੇ ਡੰਗਰ ਲੈ ਕੇ ਤੋਂ ਐਂ ਦਾ ਡੰਗਰ ਲੈ ਕੇ ਦੋ। ਪ੍ਰੋਫਿਟ ਵੀ ਨਹੀਂ ਲੱਗੇ ਕਿਸੇ ਕੋਲ ਲੈਣਾ। ਬੜੀ ਗੱਲ ਹੈ ਜੀ। ਕਿਆ ਫਿਰ ਤਾਂ ਜ਼ਰੂਰ ਰਾਬਤਾ ਕਰਨਗੇ ਜ਼ਿੰਦਾਬਾਦ। ਭਾਗੋਵਾਲ ਤੇ ਜਨਾਬ ਅਨਵਰ ਸਾਹਿਬ। ਤੇ ਜਿੱਥੇ ਵੀ ਕੋ ਆਖੇ ਨਾਲ ਚੱਲਾਂਗੇ ਡੰਗਰ ਲੈ ਕੇ ਦਵਾਂਗੇ। ਮਾਸ਼ਾਅੱਲਾ, ਖਰਚਾ ਖੁਰਚਾ ਜਿਹੜਾ ਹੋਏਗਾ ਉਹ ਕਰੇ, ਉਂਝ ਅਸੀਂ ਪ੍ਰੋਫਿਟ ਨਹੀਂ ਲੱਗੇ ਲੈਣਾ। ਜ਼ਬਰਦਸਤ ਜ਼ਬਰਦਸਤ। ਠੀਕ ਹੋ ਗਿਆ। ਅੱਲਾਹ ਪਾਕ ਤੁਹਾਨੂੰ ਜਜ਼ਾ ਦੇ ਜੀ। अस्सलाम वालेकुम।